Good morning, students. Now we will discuss the second topic of 17th chapter. ਕੱਲ ਆਪਾਂ ਪੜ੍ਹਿਆ ਕਿ ਸਟੇਟ ਆਫ ਐਗਰੀਕਲਚਰ ਸੈਕਟਰ, ਠੀਕ ਹੈ ਵੀ ਉਹ ਜਿਹੜਾ ਐਗਰੀਕਲਚਰ ਦੀ ਸਟੇਟ ਕੀ ਸੀ ਜਦੋਂ ਆਪਾਂ ਨੂੰ ਆਜ਼ਾਦੀ ਪ੍ਰਾਪਤ ਹੋਈ। ਅੱਜ ਆਪਾਂ ਡਿਸਕਸ ਕਰਨਾ ਅਗਲਾ ਸੈਕਟਰ ਕੀ ਹੈ, ਇੰਡਸਟਰੀਅਲ ਸੈਕਟਰ, ਠੀਕ ਹੈ। ਸਟੇਟ ਆਫ ਇੰਡਸਟਰੀਅਲ ਸੈਕਟਰ ਔਨ ਦਾ ਈਵ ਆਫ ਇੰਡੀਪੈਂਡੈਂਸ, ਕਹਿੰਦੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਉਦੋਂ ਉਦਯੋਗਿਕ ਖੇਤਰ ਦੇ ਹਾਲਾਤ ਕੀ ਸੀ। ਕਹਿੰਦੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਉਦੋਂ ਜਿਹੜਾ ਸੈਕੰਡਰੀ ਸੈਕਟਰ ਸੀਗਾ ਸੈਕੰਡਰੀ ਸੈਕਟਰ ਦੇ ਵਿੱਚ ਇੰਡਸਟਰੀਅਲ ਸੈਕਟਰ ਆ ਜਾਂਦਾ। ਉਹਨਾਂ ਨੇ ਆਪਣਾ ਹਿੱਸਾ ਨੈਸ਼ਨਲ ਇਨਕਮ ਦੇ ਵਿੱਚ, ਰਾਸ਼ਟਰੀ ਆਮਦਨ ਦੇ ਵਿੱਚ ਸਿਰਫ 14.3% ਪਾਇਆ, ਜੋ ਕਿ ਬਹੁਤ ਘੱਟ ਸੀ। ਹੁਣ ਇਹਦੇ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਜੇਕਰ ਉਹ ਕੰਟਰੀਬਿਊਸ਼ਨ ਸਿਰਫ 14.3 ਸੀ, ਠੀਕ ਹੈ, ਇੰਡਸਟਰੀਅਲ ਸੈਕਟਰ ਦਾ ਮਤਲਬ ਉਹਦੀ ਗਰੋਥ ਵੀ ਬਹੁਤ ਜ਼ਿਆਦਾ ਸਲੋ ਹੋਊਗੀ। ਇਹਦੀ ਹੁਣ ਗਰੋਥ ਸਲੋ ਹੋਣ ਦਾ ਕਾਰਨ ਸੀ ਕਿ ਇੰਡੀਆ ਦੇ ਵਿੱਚ ਜਿਹੜਾ ਇੰਡਸਟਰੀਅਲ ਡਿਵੈਲਪਮੈਂਟ ਹੋ ਰਹੀ ਸੀ, ਉਦਯੋਗਿਕ ਵਿਕਾਸ ਹੋ ਰਿਹਾ ਸੀਗਾ, ਠੀਕ ਹੈ, ਉਹ ਇੱਕ ਤਰਫਾ ਸੀਗਾ ਜਿਹਨੂੰ ਕਿ ਲੂਪ ਸਾਈਡਡ ਬੋਲਿਆ ਜਾਂਦਾ। ਸੋ ਇਹ ਵਿਕਾਸ ਕੀ ਹੈ, ਬਹੁਤ ਜ਼ਿਆਦਾ ਘੱਟ ਸੀ। ਕਿਉਂ ਘੱਟ ਸੀ? ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਸੀਗੀ ਜਿਹੜੀ ਇਹੋ ਜਿਹੀਆਂ ਪਾਲਿਸੀਜ਼ ਬਣਾਉਂਦੀ ਸੀ ਜਿਹਦੇ ਨਾਲ ਕੀ ਆ ਜਿਹੜੀ ਇੰਡੀਆ ਦਾ ਇੰਡਸਟਰੀਅਲ ਸੈਕਟਰ ਆ, ਠੀਕ ਹੈ, ਉਹਦਾ ਵਿਕਾਸ ਆ ਕੀ ਆ ਘਟਦਾ ਜਾਵੇ। ਸੋ ਜਿਹੜੇ ਬ੍ਰਿਟਿਸ਼ ਗਵਰਨਮੈਂਟ ਸੀ ਉਦੋਂ ਉਹ ਪਾਲਿਸੀ ਚਲਾ ਰਹੀ ਸੀਗੀ ਸਿਸਟੇਮੈਟਿਕ ਡੀ ਇੰਡਸਟਰੀਲਾਈਜੇਸ਼ਨ, ਜਿਹਦੇ ਵਿੱਚ ਕੀ ਆ ਇਹ ਇੱਕ ਦੋਗਲੀ ਪਾਲਿਸੀ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਕੀ ਉਹਨਾਂ ਨੇ ਆਪਦੇ ਮੋਟਿਵਸ ਕਹਿ ਸਕਦੇ ਹਾਂ ਰੱਖੇ ਸੀ। ਇਟ ਹੈਜ਼ ਅ ਟੂ ਫੋਲਡ ਇੰਡਸਟਰੀ ਪਾਲਿਸੀ। ਦੇਖੋ ਇਹ ਜਿਹੜੀ ਕਹਿੰਦੇ ਪਾਲਿਸੀ ਸੀਗੀ ਸਿਸਟੇਮੈਟਿਕ ਡੀ ਇੰਡਸਟਰੀਲਾਈਜੇਸ਼ਨ, ਉਹ ਦੋਗਲੀ ਪਾਲਿਸੀ ਸੀ। ਕਿਉਂਕਿ ਇਹਦੇ ਵਿੱਚ ਕੀ ਕਿਹਾ ਗਿਆ ਸੀਗਾ ਕਿ ਡਿਕੇ ਆਫ ਇੰਡੀਜੀਨੀਅਸ ਹੈਂਡੀਕ੍ਰਾਫਟ ਇੰਡਸਟਰੀਜ਼। ਕਹਿੰਦੇ ਜਿਹੜੇ ਭਾਰਤ ਦੇ ਵਿੱਚ ਹੈਂਡੀਕ੍ਰਾਫਟ ਇੰਡਸਟਰੀਜ਼ ਸੀਗੀਆਂ, ਮਤਲਬ ਆਪਾਂ ਨੂੰ ਪਤਾ ਵੀ ਭਾਰਤ ਦੇ ਵਿੱਚ ਕੀ ਆ ਮਾਡਰਨ ਇੰਡਸਟਰੀ ਬਹੁਤ ਘੱਟ ਆ। ਲੋਕ ਜ਼ਿਆਦਾਤਰ ਚੀਜ਼ਾਂ ਉਹੀ ਯੂਜ਼ ਕਰਦੇ ਆ ਜੋ ਹੱਥ ਨਾਲ ਬਣਾਉਂਦੇ ਆ, ਠੀਕ ਹੈ, ਕਿਉਂਕਿ ਉਹਨਾਂ ਕੋਲ ਮਸ਼ੀਨਾਂ ਦੀ ਕਮੀ ਆ। ਸੋ ਜਿਹੜੀ ਪਾਲਿਸੀ ਸੀਗੀ, ਇਹ ਪਾਲਿਸੀ ਸੀ ਬ੍ਰਿਟਿਸ਼ ਗਵਰਨਮੈਂਟ ਦੀ। ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਨੇ ਕੀ ਕਰਤਾ, ਘਰੇਲੂ ਹਸਤਕਾਰੀ ਉਦਯੋਗਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਰਾਬ ਕਰਤਾ, ਠੀਕ ਹੈ, ਇਸ ਪਾਲਿਸੀ ਦੇ ਅੰਡਰ, ਤਾਂ ਕਿ ਭਾਰਤ ਜਿਹੜਾ ਵਿਕਾਸ ਇੰਡਸਟਰੀਅਲ ਵਿਕਾਸ ਉਹਨਾਂ ਦਾ ਬਿਲਕੁਲ ਵੀ ਬੰਦ ਹੋ ਜਾਵੇ, ਠੀਕ ਹੈ। ਇਸ ਤੋਂ ਅੱਗੇ ਸਲੋ ਪ੍ਰੋਗਰੈਸ ਜਾਂ ਫਿਰ ਗਰੋਥ ਆਫ ਮਾਡਰਨ ਇੰਡਸਟਰੀ, ਠੀਕ ਹੈ, ਜਿਹੜੀ ਆਪਣੇ ਭਾਰਤ ਦੀ ਮਾਡਰਨ ਇੰਡਸਟਰੀ ਸੀਗੀ, ਠੀਕ ਹੈ, ਉਹਨਾਂ ਦੇ ਵਿੱਚ ਮਾਡਰਨਾਈਜੇਸ਼ਨ ਦੀ ਕਮੀ ਸੀ, ਠੀਕ ਹੈ। ਉਹ ਪਾਲਿਸੀ ਇਸ ਤਰ੍ਹਾਂ ਬਣਾਈ ਗਈ ਸੀ, ਇੱਕ ਤਾਂ ਕੀ ਹੈ ਜਿਹੜੀ ਹੈਂਡੀਕ੍ਰਾਫਟ ਉਹ ਬਿਲਕੁਲ ਖਰਾਬ ਹੋ ਜੇ, ਦੂਜਾ ਕਿ ਉਹਦਾ ਆਧੁਨਿਕ ਵਿਕਾਸ ਨਾ ਹੋ ਸਕੇ, ਠੀਕ ਹੈ। ਹੁਣ ਦੇਖੋ ਇਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ ਦੇਅਰ ਵਰ ਟੂ ਰੀਜ਼ਨਸ ਫॉर ਕੀਪਿੰਗ ਇੰਡੀਆ ਅਵੇ ਫਰੋਮ ਦਾ ਮਾਡਰਨ ਇੰਡਸਟਰੀਜ਼। ਕਹਿੰਦੇ ਜਿਹੜੇ ਬ੍ਰਿਟੇਨ ਦੀ ਗਵਰਨਮੈਂਟ ਸੀ, ਠੀਕ ਹੈ, ਬ੍ਰਿਟੇਨ ਰੂਲਸ ਚੱਲ ਰਹੇ ਸੀਗੇ, ਉਹਦੇ ਵਿੱਚ ਕੀ ਸੀ, ਕਹਿੰਦੇ ਦੋ ਰੀਜ਼ਨ ਸੀਗੇ ਜਿਹਦੇ ਕਰਕੇ ਕੀ ਆ ਭਾਰਤ ਨੂੰ ਉਹ ਦੂਰ ਰੱਖਣਾ ਚਾਹੁੰਦੇ ਸੀਗੇ ਮਾਡਰਨ ਇੰਡਸਟਰੀਲਾਈਜੇਸ਼ਨ ਤੋਂ। ਉਹ ਚਾਹੁੰਦੇ ਸੀਗੇ ਵੀ ਆਪਾਂ ਭਾਰਤ ਨੂੰ ਇਹ ਜਿਹੜਾ ਆਧੁਨਿਕ ਉਦਯੋਗਾਂ ਦਾ ਵਿਕਾਸ ਨਾ ਕਰਨ ਦਈਏ। ਕਿਉਂ ਨਾ ਕਰ ਦਈਏ? ਕਿਉਂਕਿ ਫਸਟ ਰੀਜ਼ਨ ਸੀਗਾ ਕਿ ਉਹ ਚਾਹੁੰਦੇ ਸੀ ਕਿ ਭਾਰਤ ਨੂੰ ਸਿਰਫ ਇੰਗਲੈਂਡ ਨੂੰ ਕੱਚਾ ਮਾਲ ਦੀ ਨਿਰਯਾਤ ਕਰਨ ਤੱਕ ਸੀਮਿਤ ਰੱਖਣ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਜਿਹੜਾ ਭਾਰਤ ਤੋਂ ਰॉ ਮਟੀਰੀਅਲ ਇਕੱਠਾ ਕਰਕੇ ਬ੍ਰਿਟੇਨ ਗਵਰਨਮੈਂਟ ਕੀ ਸੀ, ਬ੍ਰਿਟਿਸ਼ ਗਵਰਨਮੈਂਟ ਆਪਣੇ ਬ੍ਰਿਟੇਨ ਦੇ ਦੇਸ਼ ਵਿੱਚ ਪਹੁੰਚਾ ਦਿੰਦੀ ਸੀ। ਸੋ ਵਿਕਾਸ ਕਿਹਦਾ ਹੋ ਰਿਹਾ ਸੀ? ਰॉ ਮਟੀਰੀਅਲ ਤਾਂ ਆਪਣਾ ਸੀ ਤੇ ਇੰਡਸਟਰੀ ਦਾ ਵਿਕਾਸ ਉਹਨਾਂ ਦਾ ਹੋ ਰਿਹਾ ਸੀ। ਸੋ ਉਹਨਾਂ ਨੇ ਉਹ ਤਾਂ ਹੀ ਚਾਹੁੰਦੇ ਸੀ ਕਿ ਭਾਰਤ ਦੇ ਵਿੱਚ ਮਾਡਰਨ ਇੰਡਸਟਰੀਜ਼ ਨਾ ਆਉਣ ਤਾਂ ਕਿ ਜਿਹੜਾ ਕੱਚਾ ਮਾਲ ਸਾਨੂੰ ਮਿਲ ਸਕੇ, ਠੀਕ ਹੈ। ਦੂਸਰਾ ਰੀਜ਼ਨ ਇਹ ਸੀ ਕਿ ਜਿਹੜੇ ਇੰਡੀਆ ਦੀ ਡੋਮੈਸਟਿਕ ਮਾਰਕੀਟ ਆ, ਮਤਲਬ ਘਰੇਲੂ ਬਾਜ਼ਾਰ ਆ, ਉਹਦੇ ਵਿੱਚ ਸਿਰਫ ਕਿਹੜੀਆਂ ਚੀਜ਼ਾਂ ਵਿਕਣ ਜੋ ਬ੍ਰਿਟੇਨ ਨੇ ਬਣਾਈਆਂ ਹੋਣ, ਬ੍ਰਿਟਿਸ਼ ਗੁੱਡਸ ਓਨਲੀ ਵਿਕਣ, ਤਾਂ ਕਿ ਜਦੋਂ ਕੀ ਆ ਬ੍ਰਿਟੇਨ ਦੀਆਂ ਅੰਗਰੇਜ਼ਾਂ ਦੀਆਂ ਕੀ ਬਣਾਈਆਂ ਵਸਤੂਆਂ ਵਿਕਣਗੀਆਂ ਤਾਂ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੋਫਿਟ ਪ੍ਰਾਪਤ ਹੋਊਗਾ। ਇਸੇ ਕਰਕੇ ਉਹਨਾਂ ਨੇ ਭਾਰਤ ਦਾ ਜਿਹੜਾ ਮਾਡਰਨ ਦਾ ਵਿਕਾਸ ਆ, ਮਾਡਰਨਾਈਜੇਸ਼ਨ ਆਫ ਇੰਡਸਟਰੀਅਲ ਸੈਕਟਰ ਆ, ਉਹ ਨਹੀਂ ਹੋਣ ਦਿੱਤਾ, ਠੀਕ ਹੈ। ਹੁਣ ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਕਿ ਡਿਕੇ ਆਫ ਇੰਡੀਜੀਨੀਅਸ ਹੈਂਡੀਕ੍ਰਾਫਟ ਆ। ਕਹਿੰਦੇ ਭਾਰਤ ਦੇ ਵਿੱਚ ਜਦੋਂ ਬ੍ਰਿਟਿਸ਼ ਰੂਲ ਨਹੀਂ ਸੀ ਉਦੋਂ ਪਹਿਲਾਂ ਕੀ ਆ ਜਿਹੜੀ ਭਾਰਤ ਦੀ ਹੈਂਡੀਕ੍ਰਾਫਟ ਇੰਡਸਟਰੀ ਸੀ ਉਹ ਸਾਰੇ ਹੀ ਦੇਸ਼ਾਂ ਦੇ ਵਿੱਚ ਬਹੁਤ ਮਸ਼ਹੂਰ ਸੀ। ਸਾਰੇ ਲੋਕ ਭਾਰਤ ਦੀਆਂ ਜਿਹੜੀਆਂ ਹੱਥ ਦੇ ਨਾਲ ਬਣਾਈਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ। ਪਰ ਜਿਹੜੀਆਂ ਇੰਡੀਅਨ ਹੈਂਡੀਕ੍ਰਾਫਟਸ ਇੰਡਸਟਰੀ ਵਾਜ਼ ਡਿਸਟਰੋਏ ਡਿਊ ਟੂ ਦਾ ਫੋਲੋਇੰਗ ਸਿਸਟੇਮੈਟਿਕ ਡਿਸਕ੍ਰਿਮੀਨੇਟਰੀ ਪਾਲਿਸੀਜ਼। ਕਹਿੰਦੇ ਪਰ ਜਿਹੜੇ ਭਾਰਤ ਦੀ ਜਿਹੜੀ ਹੈਂਡੀਕ੍ਰਾਫਟ ਹੈ, ਹਸਤਕਾਰੀ ਜਿਹੜਾ ਆਪਾਂ ਉਦਯੋਗ ਕਹਿ ਸਕਦੇ ਹਾਂ ਉਹਨਾਂ ਨੂੰ ਡਿਸਟਰੋਏ ਕਰਤਾ ਕਿਹਨਾਂ ਨੇ? ਬ੍ਰਿਟਿਸ਼ ਰੂਲਸ ਨੇ।
ਉਹਨਾਂ ਨੇ ਇਹੋ ਜਿਹੀਆਂ ਨੀਤੀਆਂ ਅਪਣਾਈਆਂ ਕਿ ਜਿਹਦੇ ਨਾਲ ਕੀ ਆ ਇਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਵੇ। ਫਸਟ ਕੀ ਸੀ, ਇੰਟਰੋਡਕਸ਼ਨ ਆਫ ਡਿਸਕ੍ਰਿਮੀਨੇਟਰੀ ਟੈਰਿਫ ਪਾਲਿਸੀ। ਸਭ ਤੋਂ ਪਹਿਲਾਂ ਉਹਨਾਂ ਨੇ ਇਹੋ ਜਿਹੀ ਪਾਲਿਸੀ ਬਣਾਈ, ਟੈਰਿਫ ਹੁੰਦਾ ਕਰ, ਠੀਕ ਹੈ, ਪਾਲਿਸੀ ਮਤਲਬ ਨੀਤੀ, ਡਿਸਕ੍ਰਿਮੀਨੇਟਰੀ ਮਤਲਬ ਪੱਖਪਾਤੀ, ਜੋ ਕਿ ਇੱਕ ਦੇ ਪੱਖ ਦੇ ਵਿੱਚ ਹੀ ਸੀ। ਕਿਹਨਾਂ ਦੇ ਪੱਖ ਵਿੱਚ ਹੋਊਗੀ? ਓਬਵੀਅਸਲੀ ਹੋਊਗੀ ਅੰਗਰੇਜ਼ਾਂ ਦੇ ਪੱਖ ਵਿੱਚ, ਕਿਉਂਕਿ ਉਹਨਾਂ ਨੇ ਬ੍ਰਿਟਿਸ਼ ਨੇ ਬਣਾਈ ਸੀ। ਸੋ ਇਹਦੇ ਵਿੱਚ ਕੀ ਸੀ, ਕਹਿੰਦੇ ਜਿਹੜੀਆਂ ਤਾਂ ਕੀ ਆ ਭਾਰਤ ਤੋਂ ਕੋਈ ਵੀ ਚੀਜ਼ ਮੰਗਵਾਉਂਦੇ, ਜਿਵੇਂ ਰॉ ਮਟੀਰੀਅਲ ਆਪਾਂ ਪੜ੍ਹਿਆ ਕਿ ਬ੍ਰਿਟਿਸ਼ ਮੰਗਵਾਉਂਦੀ ਸੀ। ਹੁਣ ਉਹ ਭਾਰਤ ਤੋਂ ਜਿਹੜਾ ਰॉ ਮਟੀਰੀਅਲ ਮੰਗਵਾਉਂਦੀ ਸੀ, ਐਕਸਪੋਰਟ ਕਰਦੀ ਸੀ, ਠੀਕ ਹੈ, ਭਾਰਤ ਐਕਸਪੋਰਟ ਕਰਦਾ ਸੀ ਰॉ ਮਟੀਰੀਅਲ ਕਿਹਨੂੰ? ਬ੍ਰਿਟਿਸ਼ ਨੂੰ। ਸੋ ਉਹਦੇ ਉੱਤੇ ਕੀ ਆ, ਇਹ ਫ੍ਰੀ ਟੈਰਿਫ ਫ੍ਰੀ ਸੀ, ਮਤਲਬ ਇਹਦੇ ਤੇ ਕੋਈ ਕਰ ਵੀ ਨਹੀਂ ਦਿੱਤਾ ਜਾਂਦਾ ਸੀ ਇੰਡੀਆ ਨੂੰ। ਪਰ ਜਦੋਂ ਇੰਡੀਆ ਕੀ ਆ ਰॉ ਮਟੀਰੀਅਲ ਮੰਗਵਾਉਂਦੀ ਸੀ, ਠੀਕ ਹੈ, ਉਹਦੇ ਤੇ ਬਹੁਤ ਜ਼ਿਆਦਾ ਕੀ ਆ ਕਰ ਲਗਾਇਆ ਜਾਂਦਾ ਸੀ, ਟੈਕਸ ਲਗਾਇਆ ਜਾਂਦਾ ਸੀ। ਇਸੇ ਤਰ੍ਹਾਂ ਕੀ ਆ ਜਿਹੜੇ ਇੰਡੀਆ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਬ੍ਰਿਟੇਨ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਜਾਂ ਬ੍ਰਿਟਿਸ਼ ਲੋਕ ਸੀਗੇ ਉਹਨਾਂ ਨੂੰ ਫਾਇਦਾ ਹੁੰਦਾ ਸੀ। ਸੋ ਇਸੇ ਕਰਕੇ ਕੀ ਆ ਜਿਹੜੀ ਉਹਨਾਂ ਦੀ ਪੱਖਪਾਤੀ ਕਰ ਨੀਤੀ ਕਾਰਨ ਕੀ ਆ ਜਿਹੜੀ ਇੰਡੀਜੀਨੀਅਸ ਜਿਹੜੀ ਉਦਯੋਗ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਈ ਡਿਊ ਟੂ ਹੈਵੀ ਡਿਊਟੀ, ਮਤਲਬ ਉਹਨਾਂ ਤੇ ਬਹੁਤ ਜ਼ਿਆਦਾ ਹੈਵੀ ਜਿਹੜੇ ਡਿਊਟੀ ਮਤਲਬ ਕਰ ਲਗਾਏ ਜਾਂਦੇ ਸੀ। ਇਸ ਤੋਂ ਬਿਨਾਂ ਦੇਖੋ ਕੰਪੀਟੀਸ਼ਨ ਫਰੋਮ ਮਸ਼ੀਨ ਮੇਡ ਗੁੱਡਸ, ਕਹਿੰਦੇ ਆਪਾਂ ਨੂੰ ਪਤਾ ਵੀ ਜਿਹੜੀਆਂ ਮਸ਼ੀਨ ਮੇਡਸ ਗੁੱਡ ਹੁੰਦੀਆਂ, ਹੱਥ ਨਾਲੋਂ ਬਣਾਈਆਂ ਚੀਜ਼ਾਂ ਦੇ ਕਿਤੇ ਜ਼ਿਆਦਾ ਵਧੀਆ ਹੁੰਦੀਆਂ, ਉਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਤਾਂ ਕਰਕੇ ਕੀ ਆ ਜਿਹੜੇ ਮਸ਼ੀਨ ਨਾਲ ਬਣਾਏ ਗਏ ਪ੍ਰੋਡਕਟ ਉਹ ਸਸਤੇ ਵੀ ਹੁੰਦੇ ਆ। ਸੋ ਮਸ਼ੀਨ ਨਾਲ ਕੌਣ ਬਣਾਉਂਦਾ ਸੀਗਾ? ਬ੍ਰਿਟੇਨ, ਠੀਕ ਹੈ। ਇਸੇ ਤਰ੍ਹਾਂ ਜਿਹੜੀਆਂ ਲੋਕ ਕੀ ਸੀ ਸਸਤੀਆਂ ਚੀਜ਼ਾਂ ਤੇ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਖਰੀਦਣਾ ਪਸੰਦ ਕਰ ਦਿੰਦੇ ਸੀ। ਤਾਂ ਉਹ ਕੀ ਚਾਹੁੰਦੇ ਸੀ, ਅੰਗਰੇਜ਼ ਚਾਹੁੰਦੇ ਸੀ ਕਿ ਜਿਹੜੇ ਇੰਡੀਆ ਦੀਆਂ ਚੀਜ਼ਾਂ ਉਹ ਪੂਰੀ ਤਰ੍ਹਾਂ ਖਤਮ ਹੋ ਜਾਣ। ਇਸੇ ਲਈ ਕੀ ਆ ਉਹ ਇੰਡੀਆ ਦੇ ਬਾਜ਼ਾਰਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਵੇਚਦੇ ਸੀ? ਓਨਲੀ ਜਿਹੜੀਆਂ ਬ੍ਰਿਟੇਨ ਦੀਆਂ ਬਣੀਆਂ ਹੋਈਆਂ ਸੀ, ਠੀਕ ਹੈ। ਇਸੇ ਤਰ੍ਹਾਂ ਕੀ ਆ ਉਹ ਜਿਹੜਾ ਹੱਥ ਨਾਲ ਬਣਾਈਆਂ ਚੀਜ਼ਾਂ ਲੋਕ ਘੱਟ ਪਸੰਦ ਕਰਦੇ ਸੀ। ਇਸੇ ਤਰ੍ਹਾਂ ਜਿਹੜੇ ਇੰਡੀਅਨ ਹੈਂਡੀਕ੍ਰਾਫਟ ਆ ਉਹ ਕੀ ਆ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ। ਇਸ ਤੋਂ ਬਿਨਾਂ ਦੇਖੋ ਚੇਂਜਸ ਇਨ ਟੇਸਟਸ ਐਂਡ ਪ੍ਰੈਫਰੈਂਸ, ਸਵਾਦ ਤੇ ਪਸੰਦ ਵਿੱਚ ਬਦਲਾਅ। ਇਸ ਤੋਂ ਬਿਨਾਂ ਕੀ ਆ ਇੰਡੀਆ ਜਦੋਂ ਕਹਿੰਦੇ ਵੀ ਜਿਹੜੇ ਬ੍ਰਿਟਿਸ਼ ਕਲਚਰ ਆ ਗਿਆ ਸੀ, ਕਿਉਂਕਿ ਆਪਣੇ ਅੰਗਰੇਜ਼ਾਂ ਦਾ ਰਾਜ ਸੀ, ਸੋ ਅੰਗਰੇਜ਼ਾਂ ਨੇ ਆਪਣਾ ਕਲਚਰ ਕੀ ਆ ਭਾਰਤ ਦੇ ਵਿੱਚ ਉਹਨਾਂ ਦਾ ਕਲਚਰ ਆ ਗਿਆ ਸੀ। ਸੋ ਕੀ ਆ ਜਿਹੜੇ ਲੋਕ ਆ ਉਹਨਾਂ ਦੇ ਟੇਸਟ ਵੀ ਚੇਂਜ ਹੋ ਗਏ, ਉਹਨਾਂ ਦੇ ਸਵਾਦ ਚੇਂਜ ਹੋ ਗਏ, ਉਹਨਾਂ ਦੀ ਪਸੰਦ ਚੇਂਜ ਹੋ ਗਈ, ਠੀਕ ਹੈ। ਉਹ ਕਿਹਦੇ ਵੱਲ ਸ਼ਿਫਟ ਹੋ ਗਏ? ਉਹ ਕਿਹਦੀ ਡਿਮਾਂਡ ਕਰਨ ਲੱਗ ਗਏ? ਲੋਕ ਸੀਗੇ ਜਿਹੜੇ ਬ੍ਰਿਟਿਸ਼ ਪ੍ਰੋਡਕਟ ਆ ਉਹਨਾਂ ਦੀਆਂ ਚੀਜ਼ਾਂ ਬਣਾਈਆਂ ਖਰੀਦਣ ਲੱਗ ਗਏ। ਸੋ ਇੰਡੀਆ ਨੂੰ ਇਹਦੇ ਨਾਲ ਬਹੁਤ ਨੁਕਸਾਨ ਹੋਇਆ। ਇਸ ਤੋਂ ਬਿਨਾਂ ਦੇਖੋ ਫਾਲ ਇਨ ਇਨਕਰੇਜਮੈਂਟ ਟੂ ਇੰਡੀਅਨ ਹੈਂਡੀਕ੍ਰਾਫਟ, ਕਹਿੰਦੇ ਜਿਹੜੇ ਭਾਰਤੀ ਹਸਤਕਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਕਮੀ ਆਉਣਾ, ਠੀਕ ਹੈ। ਭਾਰਤ ਦੀ ਜਿਹੜੀ ਹਸਤਕਾਰੀ ਇੰਡਸਟਰੀ ਸੀ, ਉਹਦੀਆਂ ਹੱਥ ਨਾਲ ਬਣੀਆਂ ਚੀਜ਼ਾਂ ਸੀ, ਉਹਦੇ ਵਿੱਚ ਕੀ ਆ ਬਹੁਤ ਜ਼ਿਆਦਾ ਗਿਰਾਵਟ ਆਈ। ਕਿਉਂ? ਕਹਿੰਦੇ ਜਿਹੜੇ ਇੰਡੀਆ ਦੇ ਮਹਾਰਾਜੇ ਸੀਗੇ, ਪੁਰਾਣੇ ਪ੍ਰਿੰਸੈਸ ਵਗੈਰਾ ਸੀ, ਠੀਕ ਹੈ, ਨਵਾਬ ਵਗੈਰਾ ਸੀ, ਉਹ ਇੰਡੀਆ ਦੀਆਂ ਬਣਾਈਆਂ ਹੱਥ ਨਾਲ ਬਣਾਈਆਂ ਚੀਜ਼ਾਂ ਨੂੰ ਪਸੰਦ ਕਰਦੇ ਸੀਗੇ, ਠੀਕ ਹੈ। ਪਰ ਜਦੋਂ ਬ੍ਰਿਟਿਸ਼ ਰੂਲ ਆ ਗਿਆ ਤਾਂ ਲੋਕਾਂ ਦੇ ਜਿਹੜੇ ਟੇਸਟ ਆ ਚੇਂਜ ਹੋ ਗਏ, ਠੀਕ ਹੈ। ਸੋ ਇੰਡੀਆ ਦੇ ਜਿਹੜੀ ਹੈਂਡੀਕ੍ਰਾਫਟ ਆ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਘਟਣ ਲੱਗ ਗਈ। ਇਸ ਤਰ੍ਹਾਂ ਜਿਹੜੀ ਇੰਡੀਅਨ ਜਿਹੜਾ ਹੈਂਡੀਕ੍ਰਾਫਟ ਆ ਉਹ ਪੂਰੀ ਤਰ੍ਹਾਂ ਦੇ ਨਾਲ ਕੀ ਆ ਆਪਾਂ ਕਹਿ ਸਕਦੇ ਹਾਂ ਵੀ ਬਰਬਾਦ ਹੋ ਗਿਆ ਸੀ, ਠੀਕ ਹੈ। ਇਸ ਤੋਂ ਅੱਗੇ ਦੇਖੋ ਸਲੋ ਗਰੋਥ ਆਫ ਮਾਡਰਨ ਇੰਡਸਟਰੀ, ਕਹਿੰਦੇ ਭਾਰਤ ਦੇ ਵਿੱਚ ਮਾਡਰਨ ਇੰਡਸਟਰੀ ਜਿਹੜੀ ਆਈ ਆ ਉਹਦੀ ਗਰੋਥ ਸਲੋ ਕਿਉਂ ਆ, ਠੀਕ ਹੈ, ਉਹਦਾ ਵਿਕਾਸ ਘੱਟ ਕਿਉਂ ਹੋ ਰਿਹਾ? ਦੇਖੋ ਫਸਟ ਕੀ ਆ ਲੂਪ ਸਾਈਡਡ ਗਰੋਥ ਆਫ ਇੰਡਸਟਰੀਜ਼, ਕਹਿੰਦੇ ਕੀ ਆ ਜਿਹੜੀ 19ਵੀਂ ਸਦੀ ਦੇ ਜਿਹੜੀ 19th ਸੈਂਚੁਰੀ ਆ, ਠੀਕ ਹੈ, ਉਹਦੇ ਅੰਤ ਤੱਕ ਕੀ ਹੋਇਆ ਆਪਣੇ ਦੇਸ਼ ਦੇ ਵਿੱਚ, ਕਹਿੰਦੇ ਮਾਡਰਨ ਇੰਡਸਟਰੀ ਦੀਆਂ ਜੜ੍ਹਾਂ ਤਾਂ ਸਥਾਪਿਤ ਹੋ ਗਈਆਂ ਪਰ ਉਹਦੀ ਗਰੋਥ ਆ ਜਿਹੜੀ ਬਹੁਤ ਜ਼ਿਆਦਾ ਸਲੋ ਸੀ। ਕਿਉਂ ਸਲੋ ਸੀ? ਕਿਉਂਕਿ ਜਿਹੜੇ ਆਪਣੇ ਦੇਸ਼ ਦੇ ਲੋਕ ਜਿਹੜੇ ਇੰਡਸਟਰੀਜ਼ ਖੋਲ੍ਹਣਾ ਚਾਹੁੰਦੇ ਸੀ ਉਹਨਾਂ ਨੂੰ ਪਰਮਿਟ ਵਗੈਰਾ ਨਹੀਂ ਦਿੱਤੇ ਜਾਂਦੇ ਸੀ, ਉਹਨਾਂ ਨੂੰ ਇਨਕਰੇਜ ਨਹੀਂ ਕੀਤਾ ਜਾਂਦਾ ਸੀ ਕਿ ਵੀ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਹੈਵੀ ਇੰਡਸਟਰੀਜ਼ ਆ ਉਹਨਾਂ ਨੂੰ ਖੋਲ੍ਹੋ। ਸੋ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਗਰੋਥ ਆ ਸਲੋ ਰਹਿ ਗਈ, ਠੀਕ ਹੈ। ਇਸ ਤੋਂ ਬਿਨਾਂ ਦੇਖੋ ਲੈਕ ਆਫ ਕੈਪੀਟਲ ਗੁੱਡਸ ਇੰਡਸਟਰੀਜ਼, ਕਹਿੰਦੇ ਜਿਹੜੀਆਂ ਪੂੰਜੀਗਤ ਵਸਤੂਆਂ ਬਣਾਉਣ ਵਾਲੇ ਉਦਯੋਗ ਆ ਉਹਨਾਂ ਦੀ ਕਮੀ ਆ ਗਈ। ਕਹਿੰਦੇ ਕਿਉਂ ਆਈ ਸੀ ਇਹ? ਕਹਿੰਦੇ ਜਿਹੜੇ ਭਾਰਤ ਦੇ ਵਿੱਚ ਜਿਹੜੀ ਕੈਪੀਟਲ ਗੁੱਡਸ ਇੰਡਸਟਰੀਜ਼ ਲਾਈਕ ਮਸ਼ੀਨਸ, ਠੀਕ ਹੈ, ਕੈਪੀਟਲ ਗੁੱਡਸ ਕਿਹੜੀਆਂ ਹੁੰਦੀਆਂ ਜਿਹਦੇ ਵਿੱਚ ਮਸ਼ੀਨਸ ਵਗੈਰਾ ਆ ਜਾਂਦੀਆਂ, ਇਕਵਿਪਮੈਂਟਸ ਆ ਜਾਂਦੇ ਆ, ਠੀਕ ਹੈ, ਇੰਡਸਟਰੀਅਲ ਵੱਡੇ ਵੱਡੇ ਪਲਾਂਟਸ ਆ ਜਾਂਦੇ ਆ, ਠੀਕ ਹੈ। ਇਹਨਾਂ ਦੇ ਨਾਲ ਕੀ ਆ ਇੰਡਸਟਰੀਅਲਾਈਜੇਸ਼ਨ ਵੱਧਦਾ ਵਾ, ਮਾਡਰਨਾਈਜੇਸ਼ਨ ਆਉਂਦੀ ਆ। ਪਰ ਇੰਡੀਆ ਦੇ ਵਿੱਚ ਸਿਰਫ ਕੀ ਆ ਬ੍ਰਿਟਿਸ਼ ਗਵਰਨਮੈਂਟ ਨੇ ਸਿਰਫ ਇੱਕ ਹੀ ਕੀ ਆ ਕੈਪੀਟਲ ਗੁੱਡਸ ਇੰਡਸਟਰੀ ਖੋਲ੍ਹਿਆ, ਉਹ ਕੀ ਸੀ? ਰੇਲਵੇ, ਠੀਕ ਹੈ।
ਰੇਲਵੇ ਦੇ ਨਾਲ ਉਹਨਾਂ ਨੇ ਸਿਰਫ ਇਸੇ ਕਰਕੇ ਖੋਲ੍ਹਿਆ ਕਿਉਂਕਿ ਇਹਦਾ ਫਾਇਦਾ ਕੀ ਆ ਗੌਰਮੈਂਟ ਨੂੰ, ਸਿਰਫ ਬ੍ਰਿਟਿਸ਼ ਗੌਰਮੈਂਟ ਨੂੰ ਹੀ ਇਹਦਾ ਫਾਇਦਾ ਹੋ ਸਕੇ, ਠੀਕ ਹੈ। ਤੇ ਇਹਦੇ ਨਾਲ ਕੀ ਹੋਇਆ, ਰੇਲਵੇ ਦੇ ਆਉਣ ਦੇ ਨਾਲ ਕੀ ਹੋਇਆ, ਜਿਹੜੇ ਬ੍ਰਿਟਿਸ਼ ਪ੍ਰੋਡਕਟਸ ਇਨ ਇੰਡੀਆ ਜ਼ਿਆਦਾ ਵਿਕਣ ਲੱਗ ਗਏ, ਉਹਨਾਂ ਦੀ ਮਾਰਕੀਟ ਜ਼ਿਆਦਾ ਐਕਸਟੈਂਡ ਹੋ ਗਈ, ਜ਼ਿਆਦਾ ਫੈਲ ਗਈ। ਇਸ ਤੋਂ ਬਿਨਾਂ ਦੇਖੋ ਲੋਅਰ ਕੰਟਰੀਬਿਊਸ਼ਨ ਟੂ GDP, ਠੀਕ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਬੋਲਦੇ ਆ। ਕਹਿੰਦੇ ਜਿਹੜੀ ਆਪਣੀ ਇੰਡਸਟਰੀ ਸੀਗੀ, ਇੰਡਸਟਰੀਅਲ ਸੈਕਟਰ ਸੀਗਾ, ਉਹਦਾ GDP ਦੇ ਵਿੱਚ ਹਿੱਸਾ ਬਹੁਤ ਜ਼ਿਆਦਾ ਘੱਟ ਸੀ। ਕਿਉਂ ਘੱਟ ਸੀ? ਕਿਉਂਕਿ ਜਿਹੜਾ ਰॉ ਮਟੀਰੀਅਲ ਸੀ ਸਾਰਾ ਦਾ ਸਾਰਾ ਕਿੱਥੇ ਚਲਿਆ ਜਾਂਦਾ ਸੀ, ਬ੍ਰਿਟੇਨ ਗੁੱਡਸ ਬਣਾਉਣ ਦੇ ਵਿੱਚ। ਸੋ ਇਹਨਾਂ ਦੇ ਜਿਹੜੇ ਚਾਹੀਦਾ ਸੀਗਾ ਇੰਡਸਟਰੀ ਨੂੰ, ਇੰਡਸਟਰੀਅਲ ਸੈਕਟਰ ਨੂੰ ਜੋ ਵੀ ਰॉ ਮਟੀਰੀਅਲ ਚਾਹੀਦਾ ਸੀਗਾ ਉਹਦੀ ਪ੍ਰੋਸੈਸ ਕਰਨ ਦੇ ਲਈ, ਉਹਦਾ ਪ੍ਰੋਗਰੈਸ ਕਰਨ ਦੇ ਲਈ ਉਹਦਾ ਜਿਹੜਾ ਰੇਟ ਸੀ ਉਹ ਬਹੁਤ ਜ਼ਿਆਦਾ ਘੱਟ ਗਿਆ। ਇਸੇ ਕਰਕੇ ਕੀ ਹੋਇਆ, ਜਿਹੜੀ ਇਨਕਮ ਜਨਰੇਟ ਕੀਤੀ ਜਾਂਦੀ ਆ ਇੰਡਸਟਰੀਅਲ ਸੈਕਟਰ ਦੁਆਰਾ ਉਹ ਬਹੁਤ ਜ਼ਿਆਦਾ ਲੋ ਹੋ ਗਈ, ਤਾਂ ਹੀ ਕਰਕੇ ਜਿਹੜਾ ਹਿੱਸਾ ਇਹਦਾ GDP ਵਿੱਚ ਘਟ ਗਿਆ, ਠੀਕ ਹੈ। ਇਸ ਤੋਂ ਬਿਨਾਂ ਦੇਖੋ ਲਿਮਿਟਡ ਏਰੀਆ ਆਫ ਆਪਰੇਸ਼ਨ ਆਫ ਦਾ ਪਬਲਿਕ ਸੈਕਟਰ। ਇਸ ਤੋਂ ਬਾਅਦ ਕੀ ਸੀਗਾ, ਇਹਦਾ ਮਤਲਬ ਕੀ ਆ, ਜਿਹੜੇ ਅੰਗਰੇਜ਼ਾਂ ਦੀ ਬ੍ਰਿਟਿਸ਼ ਗਵਰਨਮੈਂਟ ਸੀ ਉਹਨੇ ਬਹੁਤ ਜ਼ਿਆਦਾ ਆਪਣਾ ਹਿੱਸਾ ਘੱਟ ਪਾਇਆ। ਕਿਹਨਾਂ ਵਿੱਚ? ਉਹਨਾਂ ਨੇ ਜਿਹੜੇ ਇੰਡਸਟਰੀਜ਼ ਦੀ ਵਿਕਾਸ ਘੱਟ ਯੋਗਦਾਨ ਪਾਇਆ ਉਹਨਾਂ 'ਚ, ਜਿਹਦੇ ਨਾਲ ਜਿਹੜਾ ਇੰਡਸਟਰੀਅਲਾਈਜੇਸ਼ਨ ਦੀ ਪ੍ਰੋਸੈਸ ਆ ਉਹ ਤੇਜ਼ ਹੁੰਦਾ, ਉਹਦੀ ਗਰੋਥ ਤੇਜ਼ ਹੁੰਦੀ ਹੈ। ਸੋ ਬ੍ਰਿਟਿਸ਼ ਗਵਰਨਮੈਂਟ ਆਪਾਂ ਨੂੰ ਪਤਾ ਨਹੀਂ ਚਾਹੁੰਦੀ ਸੀ ਕਿ ਭਾਰਤ ਵਿੱਚ ਮਾਡਰਨ ਇੰਡਸਟਰੀਅਲਾਈਜੇਸ਼ਨ ਆਵੇ। ਸੋ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਜਿਹੜੇ ਇੰਡਸਟਰੀਜ਼ ਦੇ ਵਿੱਚ ਹਿੱਸਾ ਘੱਟ ਪਾਇਆ ਜਿਨ੍ਹਾਂ ਨਾਲ ਕੀ ਆ ਮਾਡਰਨਾਈਜੇਸ਼ਨ ਹੋ ਸਕੇ। ਸੋ ਇਸੇ ਤਰ੍ਹਾਂ ਕੀ ਕਹਿ ਸਕਦੇ ਹਾਂ ਵੀ ਉਹਨਾਂ ਨੇ ਕੀ ਕੀਤਾ, ਜਿਹੜੇ ਪਬਲਿਕ ਸੈਕਟਰ ਸੀਗੇ ਜਿਵੇਂ ਰੇਲਵੇਜ਼ ਵਗੈਰਾ ਕਹਿ ਸਕਦੇ ਹਾਂ, ਪਾਵਰ ਜਨਰੇਸ਼ਨਸ ਹੋ ਸਕਦੀ ਹੈ, ਕਮਿਊਨੀਕੇਸ਼ਨ ਹੋ ਸਕਦਾ, ਠੀਕ ਹੈ, ਸਿਰਫ ਇਹਨਾਂ ਦੇ ਵਿੱਚ ਹੀ ਹਿੱਸਾ ਸੀਗਾ ਜਿਹੜੇ ਬ੍ਰਿਟਿਸ਼ ਗਵਰਨਮੈਂਟ ਦਾ। ਇਸ ਤੋਂ ਬਿਨਾਂ ਕੀ ਆ, ਜਿਹੜੀ ਐਬਸੈਂਸ ਆਫ ਕੈਪੀਟਲ ਗੁੱਡ ਇੰਡਸਟਰੀ ਸੀ ਉਹਦੇ ਨਾਲ ਵੀ ਕੀ ਆ, ਜਿਹੜੀ ਇੰਡਸਟਰੀਅਲਾਈਜੇਸ਼ਨ ਦੀ ਗਰੋਥ ਨਹੀਂ ਹੋ ਸਕੀ, ਉਹ ਵੀ ਕੀ ਆ ਹਾਈਲੀ ਲੂਪ ਸਾਈਡਡ ਹੀ ਰਹਿ ਗਿਆ, ਠੀਕ ਹੈ। ਇਸੇ ਤਰ੍ਹਾਂ ਕੀ ਆਪਾਂ ਕਹਿ ਸਕਦੇ ਹਾਂ ਵੀ ਇੰਡਸਟਰੀ ਦੀ ਗਰੋਥ ਕੀ ਆ ਬਿਲਕੁਲ ਲੋ ਸੀ, ਉਹਨਾਂ ਦਾ ਵਿਕਾਸ ਨਹੀਂ ਹੋ ਸਕਿਆ। ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਕਿ ਆਜ਼ਾਦੀ ਦੇ ਸਮੇਂ ਵਿਦੇਸ਼ੀ ਵਪਾਰ ਦਾ ਹਾਲ ਕਿਹੋ ਜਿਹਾ ਸੀ, ਸਟੇਟ ਆਫ ਫੋਰਨ ਟ੍ਰੇਡ ਔਨ ਦਾ ਈਵ ਆਫ ਇੰਡੀਪੈਂਡੈਂਸ। ਕਹਿੰਦੇ ਕੀ ਆ, ਜਿਹੜੇ ਭਾਰਤ ਦੇ ਵਿੱਚ ਜਿਹੜੀ ਇੰਡਸਟਰੀ ਸੀ ਉਹ ਵੀ ਚੰਗੀ ਨਹੀਂ ਸੀ, ਉਹਦਾ ਐਗਰੀਕਲਚਰ ਦਾ ਵਿਕਾਸ ਵੀ ਨਹੀਂ ਹੋ ਰਿਹਾ ਸੀ। ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਵਿਦੇਸ਼ੀ ਵਪਾਰ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੋਣਗੀ। ਸੋ ਦੇਖੋ ਇਹਦੇ ਕੀ ਪੁਆਇੰਟਸ ਨੇ। ਦੇਖੋ ਫਸਟ ਪੁਆਇੰਟ ਕੀ ਸੀ, ਇੰਡੀਆ ਐਜ਼ ਆ ਐਕਸਪੋਰਟਰ ਆਫ ਰॉ ਮਟੀਰੀਅਲਸ ਐਂਡ ਇੰਪੋਰਟਰ ਆਫ ਫਿਨਿਸ਼ਡ ਪ੍ਰੋਡਕਟਸ। ਕਹਿੰਦੇ ਦੇਖੋ ਭਾਰਤੀ ਕੱਚੇ ਮਾਲ ਦਾ ਨਿਰਯਾਤ ਅਤੇ ਪੱਕੇ ਮਾਲ ਦਾ ਆਯਾਤਕਾਰ ਬਣ ਚੁੱਕਿਆ ਸੀ। ਆਪਾਂ ਨੂੰ ਪਤਾ ਜਿਹੜਾ ਭਾਰਤ ਦੇ ਵਿੱਚ ਕੱਚਾ ਮਾਲ ਬਹੁਤ ਜ਼ਿਆਦਾ ਪਾਇਆ ਜਾਂਦਾ ਸੀ, ਠੀਕ ਹੈ, ਉਹ ਕੀ ਕਰਦਾ ਸੀ, ਕੱਚੇ ਮਾਲ ਨੂੰ ਕਿਹਦੇ ਵਿੱਚ ਭੇਜ ਦਿੰਦਾ ਸੀ, ਬਾਕੀ ਦੇਸ਼ਾਂ ਵਿੱਚ ਭੇਜ ਦਿੰਦਾ ਸੀ, ਜ਼ਿਆਦਾਤਰ ਕਿਹਦੇ ਨਾਲ, ਬ੍ਰਿਟਿਸ਼ ਗਵਰਨਮੈਂਟ ਨੂੰ ਭੇਜ ਦਿੰਦਾ ਸੀ, ਬ੍ਰਿਟਿਸ਼ ਰਾਜ ਵਿੱਚ ਭੇਜ ਦਿੰਦਾ ਸੀ। ਦੇਖੋ ਜਿਵੇਂ ਸਿਲਕ ਦਾ, ਕਾਟਨ, ਵੂਲ, ਸ਼ੂਗਰ, ਇੰਡੀਗੋ ਐਂਡ ਜੂਟ, ਠੀਕ ਹੈ, ਇਹਨਾਂ ਨੂੰ ਕੀ ਆ ਭਾਰਤ ਬਾਹਰਲੇ ਦੇਸ਼ਾਂ ਦੇ ਵਿੱਚ ਭੇਜ ਦਿੰਦਾ ਸੀ। ਇਸ ਤੋਂ ਬਿਨਾਂ ਇੰਪੋਰਟ ਕੀ ਕਰਵਾਉਂਦਾ ਸੀ, ਇੰਪੋਰਟ ਦੇ ਬਦਲੇ ਆਪਾਂ ਨੂੰ ਪੈਸੇ ਦੇਣੇ ਪੈਂਦੇ ਸੀ। ਉਹ ਕਾਟਨ, ਸਿਲਕ ਜਿਹੜੇ ਪੱਕੇ ਮਾਲ ਸੀ, ਮਤਲਬ ਉਹਨਾਂ ਤੋਂ ਚੀਜ਼ਾਂ ਬਣਦੀਆਂ ਸੀ। ਹੁਣ ਜਿਹੜਾ ਕੱਚਾ ਮਾਲ ਭਾਰਤ ਨੇ ਭੇਜਤਾ, ਉਦੋਂ ਬਾਅਦ ਉਹਨਾਂ ਦੇ ਕੱਚੇ ਮਾਲ ਦੀਆਂ ਚੀਜ਼ਾਂ ਬਣਾਈਆਂ ਗਈਆਂ, ਠੀਕ ਹੈ, ਜੋ ਮਸ਼ੀਨ ਦੇ ਦੁਆਰਾ ਬਣਾਈਆਂ ਜਾਂਦੀਆਂ ਸੀ। ਜਿਹੜੇ ਗਵਰਨਮੈਂਟ ਸੀਗੀ, ਠੀਕ ਹੈ, ਬ੍ਰਿਟਿਸ਼ ਗਵਰਨਮੈਂਟ ਸੀ, ਉਹਨਾਂ ਤੇ ਟੈਕਸ ਲਗਾ ਕੇ ਕੀ ਆ ਉਹਨਾਂ ਚੀਜ਼ਾਂ ਨੂੰ ਬਣਾ ਕੇ ਭਾਰਤ ਨੂੰ ਵੇਚ ਦਿੰਦੀ ਸੀ, ਜਿਵੇਂ ਕੱਪੜੇ ਵਗੈਰਾ ਜਾਂ ਕੈਪੀਟਲ ਗੁੱਡਸ ਲਾਈਕ ਲਾਈਟ ਮਸ਼ੀਨਰੀਜ਼, ਠੀਕ ਹੈ। ਇਸੇ ਤਰ੍ਹਾਂ ਕੀ ਹੋਇਆ, ਜਿਹੜਾ ਭਾਰਤ ਦਾ ਜਿਹੜਾ ਵਪਾਰ ਸੀਗਾ ਉਹ ਪੂਰੀ ਤਰ੍ਹਾਂ ਦੇ ਨਾਲ ਬੈਕਵਰਡ ਚਲਾ ਗਿਆ, ਕਿਉਂਕਿ ਉਹਨਾਂ ਨੂੰ ਇਹਦੇ ਵਿੱਚੋਂ ਕੋਈ ਵੀ ਫਾਇਦਾ ਨਹੀਂ ਹੋ ਰਿਹਾ ਸੀਗਾ। ਇਸ ਤੋਂ ਬਿਨਾਂ ਦੇਖੋ ਮੋਨੋਪੋਲੀ ਕੰਟਰੋਲ। ਆਪਾਂ ਨੂੰ ਪਤਾ ਵੀ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਨੇ ਭਾਰਤ ਨੂੰ ਪੂਰੀ ਤਰ੍ਹਾਂ ਆਪਣਾ ਗੁਲਾਮ ਬਣਾ ਰਿਹਾ ਸੀ। ਹੁਣ ਦੇਖੋ ਉਹ ਕੀ ਕਹਿੰਦੇ ਸੀ, ਬਾਕੀ ਦੇਸ਼ਾਂ ਦੇ ਨਾਲ ਵਪਾਰ ਵੀ ਹੁੰਦਾ ਆਪਾਂ ਨੂੰ ਪਤਾ, ਪਰ ਕੀ ਆ ਜਿਹੜਾ ਉਦੋਂ ਦੇ ਸਮੇਂ ਆਜ਼ਾਦੀ ਦੇ ਸਮੇਂ ਕੀ ਸੀਗਾ, ਜਿਹੜਾ ਬ੍ਰਿਟੇਨ ਦੇ ਨਾਲ ਵਪਾਰ ਲਗਭਗ 50% ਕੀਤਾ ਜਾਂਦਾ ਸੀ, ਤੇ ਬਾਕੀ ਦੇਸ਼ਾਂ ਦੇ ਨਾਲ ਫਿਊ ਕੰਟਰੀਜ਼ ਜਿਵੇਂ ਚਾਈਨਾ, ਸ਼੍ਰੀਲੰਕਾ, ਠੀਕ ਹੈ, ਈਰਾਨ ਵਗੈਰਾ ਦੇ ਨਾਲ ਬਹੁਤ ਜ਼ਿਆਦਾ ਘੱਟ ਕੀ ਆ ਵਪਾਰ ਕੀਤਾ ਜਾਂਦਾ ਸੀ। ਹੁਣ ਦੇਖੋ ਇੰਡੀਆ ਦੇ ਉੱਪਰ ਮੋਨੋਪੋਲੀ ਕੰਟਰੋਲ ਕਰ ਲਿਆ ਸੀ ਕਿਹਨੇ, ਬ੍ਰਿਟਿਸ਼ ਗਵਰਨਮੈਂਟ ਨੇ,
ਠੀਕ ਹੈ, ਉਹ ਕੀ ਕਰਦੇ ਸੀਗੇ ਕਿ ਉਹਨਾਂ ਦੇ ਜਿਹੜੇ ਐਕਸਪੋਰਟਸ ਸੀਗੇ ਉਹਨਾਂ 'ਤੇ ਘੱਟ ਉਹਨਾਂ ਦੇ ਜਿਹੜੇ ਟੈਰਿਫ ਵਗੈਰਾ ਘੱਟ ਲਗਾਉਂਦੇ ਸੀ, ਜਿਹੜੇ ਇੰਪੋਰਟ ਵਗੈਰਾ ਸੀ ਉਹਨਾਂ 'ਤੇ ਜ਼ਿਆਦਾ ਕੀ ਸੀਗਾ ਜਿਹੜੇ ਆਯਾਤ ਵਗੈਰਾ ਸੀ ਉਹਨਾਂ 'ਤੇ ਜ਼ਿਆਦਾ ਕੀ ਹੈ ਟੈਕਸ ਵਸੂਲ ਕਰਦੇ ਸੀ। ਇਸੇ ਤਰ੍ਹਾਂ ਕੀ ਆ ਜਿਹੜੇ ਉਹਨਾਂ ਦੇ ਵਿੱਚ ਇੱਕ ਰੂਟ ਬਣ ਗਿਆ ਸੀਗਾ ਇੰਡੀਆ ਤੇ ਬ੍ਰਿਟੇਨ ਦੇ ਵਿਚਕਾਰ। ਐਂ ਲੱਗਦਾ ਸੀਗਾ ਵੀ ਸਿਰਫ ਵਪਾਰ ਇਹਨਾਂ ਦੇਸ਼ਾਂ ਦੇ ਵਿਚਕਾਰ ਹੀ ਹੋ ਰਿਹਾ, ਠੀਕ ਹੈ, ਕਿਉਂਕਿ ਜੇ ਭਾਰਤ ਬਾਕੀ ਦੇਸ਼ਾਂ ਨਾਲ ਵਪਾਰ ਕਰਦਾ ਤੇ ਸ਼ਾਇਦ ਉਹਨਾਂ ਦੀ ਕੀ ਆ ਬੈਟਰਮੈਂਟ ਹੋ ਸਕਦੀ ਸੀ, ਪਰ ਬ੍ਰਿਟੇਨ ਨੇ ਇਦਾਂ ਨਹੀਂ ਹੋਣ ਦਿੱਤਾ। ਇਸ ਤੋਂ ਬਿਨਾਂ ਦੇਖੋ ਮਿਸਯੂਜ਼ ਆਫ ਐਕਸਪੋਰਟਸ ਸਰਪਲਸ। ਹੁਣ ਕਹਿੰਦੇ ਜਿਹੜੇ ਭਾਰਤ ਐਕਸਪੋਰਟ ਕਰਦਾ ਸੀ ਉਹਦੇ ਬਦਲੇ ਆਪਾਂ ਨੂੰ ਪੈਸਾ ਵੀ ਪ੍ਰਾਪਤ ਹੁੰਦਾ, ਠੀਕ ਹੈ, ਆਪਾਂ ਕਿਹਾ ਸੀ ਨਾ ਵੀ ਰॉ ਮਟੀਰੀਅਲ ਪ੍ਰਾਪਤ ਕਰ ਦਿੰਦਾ ਭੇਜਦਾ ਵਾ, ਠੀਕ ਹੈ, ਉਹਦੇ ਬਦਲੇ ਜਿਹੜਾ ਵੀ ਵਾਧਾ ਹੁੰਦਾ ਸੀ, ਠੀਕ ਹੈ, ਗਵਰਨਮੈਂਟ ਨੂੰ ਪੈਸਾ ਆਉਂਦਾ ਸੀਗਾ ਇੰਡੀਆ ਦੀ ਗਵਰਨਮੈਂਟ ਨੂੰ, ਉਹਦਾ ਕੀ ਹੈ ਮਿਸਯੂਜ਼ ਕੀਤਾ ਜਾਂਦਾ ਸੀ। ਕਹਿੰਦੇ ਭਾਰਤ ਨੂੰ ਕੀ ਆ ਐਕਸਪੋਰਟਸ ਤੋਂ ਬਹੁਤ ਜ਼ਿਆਦਾ ਹੈਵੀ ਕੋਸਟ ਪ੍ਰਾਪਤ ਕੀਤੀ ਗਈ ਸੀ, ਠੀਕ ਹੈ, ਉਹਨਾਂ ਤੋਂ ਪੈਸਾ ਪ੍ਰਾਪਤ ਹੁੰਦਾ ਸੀ। ਜਿਹੜਾ ਵੀ ਕਹਿੰਦੇ ਸਰਪਲਸ ਪ੍ਰਾਪਤ ਹੁੰਦਾ ਸੀ ਐਕਸਪੋਰਟਸ ਤੋਂ ਨਿਰਯਾਤ ਕਰਕੇ, ਜਿਹੜਾ ਵੀ ਸਰਪਲਸ ਪ੍ਰਾਪਤ ਹੁੰਦਾ ਸੀ, ਠੀਕ ਆ, ਉਹਦਾ ਯੂਜ਼ ਕਿਹਦੇ ਵਿੱਚ ਕਰ ਦਿੱਤਾ ਜਾਂਦਾ ਸੀ ਆਰਮੀ ਦੀ ਸੈਟਅਪ ਲਈ, ਠੀਕ ਹੈ, ਜਿਹੜਾ ਫੌਜ ਵਗੈਰਾ ਨੂੰ ਟ੍ਰੇਨਿੰਗ ਦੇਣ ਲਈ ਉਹਨਾਂ ਦੇ ਹਥਿਆਰ ਵਗੈਰਾ ਬਣਾਉਣ ਵਿੱਚ ਯੂਜ਼ ਕੀਤਾ ਜਾਂਦਾ ਸੀ। ਸੋ ਉਹਦਾ ਹਿੱਸਾ ਕੋਈ ਵੀ ਕਿਹਦੇ ਵੱਲ ਨਹੀਂ ਗਿਆ ਇੰਡੀਅਨ ਇਕੋਨਮੀ ਦੇ ਵਿਕਾਸ ਵੱਲ। ਸੋ ਇਸੇ ਤਰ੍ਹਾਂ ਕੀ ਕਹਿ ਸਕਦੇ ਹਾਂ ਵੀ ਉਹਨਾਂ ਦੀ ਜਿਹੜੀ ਇੰਡੀਆ ਦੀ ਇਕੋਨਮੀ ਆ ਉਹਦੇ ਵਿੱਚ ਬੈਕਵਰਡਨੈਸ ਆ ਗਈ। ਸੋ ਅੱਜ ਦੇ ਟੌਪਿਕ ਆਪਾਂ ਇੱਥੇ ਫਿਨਿਸ਼ ਕਰਦੇ ਹਾਂ। ਥੈਂਕ ਯੂ ਸਟੂਡੈਂਟਸ।